ਗੁਰਦਾਸਪੁਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਤਾਇਨਾਤ ਖੇਤੀਬਾੜੀ ਵਿਸਤਾਰ ਅਫਸਰਾਂ ਨੇ ਪੰਜਾਬ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਖੇਤੀਬਾੜੀ ਵਿਕਾਸ ਅਫਸਰਾਂ ਅਤੇ ਬਲਾਕ ਖੇਤੀਬਾੜੀ ਅਧਿਕਾਰੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਤਹਿਤ ਪ੍ਰੈਸ ਕਾਨਫਰੰਸ ਦੌਰਾਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮੋਹਨ ਸਿੰਘ ਵਾਹਲਾ ਅਤੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੇ ਦੋਸ਼ ਲਗਾਏ ਹਨ ਕਿ ਪੰਜਾਬ ਅੰਦਰ ਕਿਸਾਨਾਂ ਦੀ ਦੁਰਦਸ਼ਾ ਅਤੇ ਖਾਦਾਂ ਦਵਾਈਆਂ ਸੰਬੰਧੀ ਘੁਟਾਲਿਆਂ ਲਈ ਇਹ ਅਧਿਕਾਰੀ ਹੀ ਜ਼ਿੰਮੇਵਾਰ ਹਨ। ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਏਸੀ ਦਫ਼ਤਰਾਂ ਵਿੱਚ ਬੈਠ ਕੇ ਸਰਕਾਰ ਕੋਲੋਂ ਹਰੇਕ ਮਹੀਨੇ 2-3 ਲੱਖ ਰੁਪਏ ਤੱਕ ਦੀਆਂ ਮੋਟੀਆਂ ਤਨਖਾਹਾਂ ਵਸੂਲ ਕਰ ਰਹੇ ਬਲਾਕ ਖੇਤੀਬਾੜੀ ਵਿਕਾਸ ਅਫਸਰਾਂ ਦੇ ਕੰਮਾਂ ਦੀ ਬਰੀਕੀ ਨਾਲ ਸਮੀਖਿਆ ਕਰਵਾਈ ਜਾਵੇ ਕਿ ਸਹੀ ਮਾਇਨਿਆਂ ਵਿੱਚ ਇਹਨਾਂ ਅਧਿਕਾਰੀਆਂ ਦੀਆਂ ਕਿਸਾਨਾਂ ਨੂੰ ਕੀ ਦੇਣ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਤਾਇਨਾਤ ਸਾਰੇ ਖੇਤੀ ਵਿਕਾਸ ਅਫਸਰ ਤੇ ਖੇਤੀਬਾੜੀ ਅਫਸਰਾਂ ਦੀ ਪਿਛਲੀ ਕਾਰਗੁਜ਼ਾਰੀ ਦੀ ਵੀ ਜਾਂਚ ਕਰਵਾਈ ਜਾਵੇ। ਪੰਜਾਬ ਦੀ ਖੇਤੀ ਨੂੰ ਮੌਜੂਦਾ ਸੰਕਟ ਚੋਂ ਕੱਢਣ ਲਈ ਪੰਜਾਬ ਸਰਕਾਰ ਨੂੰ ਖੇਤੀਬਾੜੀ ਵਿਭਾਗ ਦਾ ਪੁਨਰਗਠਨ ਕਰਨਾ ਚਾਹੀਦਾ। ਜਿਹੜੇ ਅਧਿਕਾਰੀ ਵਿਭਾਗ ਦੇ ਉਹ ਪਿੰਡਾਂ ਵਿੱਚ ਜਾਣ, ਇਸ ਨੂੰ ਯਕੀਨੀ ਬਣਾਉਣ ਲਈ ਖੇਤੀ ਸਰਕਲਾਂ ਦੀ ਗਿਣਤੀ ਵਧਾਉਣੀ ਚਾਹੀਦੀ ਆ। ਪੰਜਾਬ 'ਚ ਏਡੀਓ ਤੇ ਏਯੂ ਦੇ ਮਿਲਾ ਕੇ 1167 ਪੋਸਟਾਂ, 221 ਪੋਸਟਾਂ ਖੇਤੀਬਾੜੀ ਅਫਸਰਾਂ ਦੀਆਂ, ਕੁੱਲ 1388 ਸਰਕਲ ਜਿਹੜੇ ਬਣਾਉਣੇ ਚਾਹੀਦੇ ਆ। ਜਿਵੇਂ ਖੇਤੀਬਾੜੀ ਵਿਸਥਾਰ ਅਫਸਰ ਨੂੰ ਪਿੰਡ ਦਿੱਤੇ ਜਾਣ, ਉਸੇ ਤਰ੍ਹਾਂ ਖੇਤੀਬਾੜੀ ਵਿਕਾਸ ਅਫਸਰ ਨੂੰ ਪਿੰਡ ਦਿੱਤੇ ਜਾਣ, ਤੇ ਉਸੇ ਤਰ੍ਹਾਂ ਦੇ ਖੇਤੀਬਾੜੀ ਅਫਸਰ ਨੂੰ ਵੀ ਪਿੰਡ ਦਿੱਤੇ ਜਾਣ। ਤੇ ਇਸ ਨਾਲ ਜੇ 1388 ਅਧਿਕਾਰੀ ਜਿਹੜੇ ਪੰਜਾਬ ਸਰਕਾਰ ਕੋਲ ਬਿਨਾਂ ਸਰਕਾਰ ਦਾ 1 ਰੁਪਈਆ ਲੱਗਿਆ ਵੀ ਹਰੇਕ ਅਧਿਕਾਰੀ ਨੂੰ 9 ਤੋਂ 10 ਪਿੰਡ ਆਉਣਗੇ ਜਿੱਥੇ ਬਿਹਤਰ ਸੇਵਾਵਾਂ ਦਿੱਤੀਆਂ ਜਾ ਸਕਦੀਆਂ। ਮੈਂ ਦੱਸਣਾ ਚਾਹੁੰਦਾ ਕਿ ਪਿਛਲੇ ਲੰਮੇ ਸਮੇਂ ਤੋਂ ਦਫ਼ਤਰਾਂ 'ਚ ਜਿਹੜਾ ਇੱਕ ਸਕੈਂਡਲ ਬਣਿਆ ਹੋਇਆ ਪਿਆ, ਇੱਕ ਨੈਕਸਸ ਬਣਿਆ ਵਾ, ਉਹਨੂੰ ਤੋੜਨਾ ਚਾਹੀਦਾ। ਵੀ ਇਹ ਲੋਕ ਜਿੱਥੇ ਏਸੀ ਲੱਗੇ ਆ ਕਮਰਿਆਂ 'ਚ ਉੱਥੇ ਆਪਣੀ ਪੋਸਟਿੰਗ ਕਰਾਉਂਦੇ ਆ। ਇੱਕ ਗਰੀਬ ਕਿਸਾਨ ਕੋਲ ਜਾਣਾ ਇਹਨਾਂ ਨੂੰ ਜਿਹੜਾ ਸ਼ਰਮ ਮਹਿਸੂਸ ਹੁੰਦੀ ਆ। ਸਰਕਾਰ ਨੂੰ ਬੇਨਤੀ ਆ ਵੀ ਏਡੀਓ ਜ਼ਿਲ੍ਹਾ ਕੰਮ, ਏਡੀਓ ਪੀਪੀ, ਮਾਰਕੀਟਿੰਗ, ਟ੍ਰੇਨਿੰਗ ਸੈਕਸ਼ਨ, ਗੰਨਾ ਸੈਕਸ਼ਨ, ਇਹਨਾਂ ਸਾਰੇ ਸੈਕਸ਼ਨਾਂ ਨੂੰ ਤੋੜ ਕੇ ਸਾਰੇ ਤਰ੍ਹਾਂ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਪਿੰਡ ਅਲਾਟ ਕੀਤੇ ਜਾਣ। ਹਰੇਕ ਪਿੰਡ ਨੂੰ ਇਸ ਹਿਸਾਬ ਨਾਲ ਜਿੰਨੇ ਅਧਿਕਾਰੀਆਂ ਦੀ ਪੰਜਾਬ 'ਚ ਗਿਣਤੀ ਆ 9 ਤੋਂ 10 ਪਿੰਡ ਹੁੰਦੇ ਆ। ਜੇ ਇਸ ਤਰ੍ਹਾਂ ਹੋ ਜੇ ਤਾਂ ਪੰਜਾਬ ਦਾ ਜਿਹੜਾ ਮੌਜੂਦਾ ਖੇਤੀ ਸੰਕਟ ਆ ਉਹ 'ਚੋਂ ਕਿਸਾਨ ਨਿਕਲ ਸਕਦਾ ਵੀ ਉਹਨੂੰ ਯੂਨੀਵਰਸਿਟੀ ਦੀਆਂ ਸਾਰੀਆਂ ਤਕਨੀਕਾਂ ਜਿਹੜੀਆਂ ਉਹ ਵਧੀਆ ਢੰਗ ਨਾਲ ਮਿਲ ਸਕਣ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਦੀ ਜਿਹੜੀ ਦੁਰਦਸ਼ਾ ਵਾ ਉਹਦਾ ਮੇਨ ਕਾਰਨ ਵੀ ਜਿਹੜੇ ਆ ਉਹ ਖੇਤੀਬਾੜੀ ਵਿਕਾਸ ਅਫਸਰ ਤੇ ਅਖੌਤੀ ਟੈਕਨੋਕਰੇਟ ਜਥੇਬੰਦੀਆਂ ਵਾ। ਪੰਜਾਬ 'ਚ ਜਿੰਨੇ ਖਾਦ, ਬੀਜ, ਦਵਾਈਆਂ ਘੁਟਾਲੇ ਹੋਏ ਆ ਉਹ ਸਾਰੇ ਪਿਛਲੇ ਲੰਮੇ ਸਮੇਂ ਤੋਂ ਇਹ ਉਹਨਾਂ ਪੋਸਟਾਂ 'ਤੇ ਤੈਨਾਤ ਆ। ਇਹੋ ਹੀ ਲੋਕ ਸੈਂਪਲ ਭਰਦੇ ਆ, ਇਹੋ ਹੀ ਲੋਕ ਲੈਬਾਂ 'ਚ ਲੱਗੇ ਆ। ਰਲ ਮਿਲ ਕੇ ਉਹਨਾਂ ਕੰਪਨੀਆਂ ਦੇ ਨਾਲ ਮਾੜੇ ਅਨਸਰਾਂ ਨਾਲ ਪੰਜਾਬ ਦੀ ਕਿਸਾਨੀ ਦਾ ਨੁਕਸਾਨ ਕੀਤਾ ਜਾ ਰਿਹਾ। ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਕੁਆਲਿਟੀ ਕੰਟਰੋਲ ਲੈਬਾਂ ਜਿਹੜੀਆਂ ਵਾ ਉੱਥੇ ਕੈਮਿਸਟ ਸਿੱਧੇ ਭਰਤੀ ਕੀਤੇ ਜਾਣ, ਫੀਲਡ ਸਟਾਫ ਨੂੰ ਬਿਲਕੁਲ ਉੱਥੇ ਇਨਵਾਲਵ ਨਾ ਕੀਤਾ ਜਾਵੇ। ਅਤੇ ਜਿੰਨਾ ਵੀ ਫੀਲਡ ਸਟਾਫ ਹੈ ਇਹਨੂੰ ਏਸੀ ਕਮਰਿਆਂ 'ਚੋਂ ਬਾਹਰ ਕੱਢ ਕੇ ਸਰਕਲਾਂ 'ਚ ਪਿੰਡ ਅਲਾਟ ਕੀਤੇ ਜਾਣ। ਅਤੇ ਕਿਤੇ ਵੀ 60, 70 ਜਾਂ 30 ਪਿੰਡ ਸਰਕਲ 'ਚ ਨਾ ਕੀਤੇ ਜਾਣ। ਸਾਰੇ ਅਧਿਕਾਰੀਆਂ ਨੂੰ ਇੰਨੀ ਤਨਖਾਹ ਦੇ ਨਾਲ ਜਿੰਨਾ ਸਰਕਾਰ ਦਾ ਹੁਣ ਮੌਜੂਦਾ ਬਜਟ ਆ, ਇਸੇ ਨਾਲ ਹੀ 9 ਤੋਂ 10 ਪਿੰਡ ਇੱਕ ਅਧਿਕਾਰੀ ਨੂੰ ਆਉਂਦੇ ਆ। ਅਤੇ ਇਸੇ ਤਰ੍ਹਾਂ ਜਿਹੜਾ ਹੇਠਲਾ ਤਕਨੀਕੀ ਸਟਾਫ ਆ, ਖੇਤੀਬਾੜੀ ਸਬ ਇੰਸਪੈਕਟਰ ਆ, ਉਹਨਾਂ ਦੀ ਗਿਣਤੀ ਵਧਾ ਕੇ ਵੀ 1388 ਕੀਤੀ ਜਾਵੇ। ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਇਹ ਜਿਹੜੇ ਲੋਕ ਧਰਨੇ 'ਤੇ ਬੈਠੇ ਸਰਕਾਰ ਨੂੰ ਡਰਾ ਰਹੇ ਆ, ਇਹ 2, 2.5, ਪੌਣੇ 3 ਲੱਖ ਰੁਪਈਆ ਮਹੀਨੇ ਦੀ ਤਨਖਾਹ ਡਰਾ ਕਰਦੇ ਆ। ਕਿਰਪਾ ਕਰਕੇ ਇਹਨਾਂ ਦੇ ਕੰਮ ਨੂੰ ਚੈਕਿੰਗ ਕੀਤਾ ਜਾਵੇ, ਇਹਨਾਂ ਨੂੰ ਕੀ ਕੰਮ ਅਲਾਟ ਕੀਤਾ ਗਿਆ, ਕੀ ਕੰਮ ਕਰਦੇ ਜਿਹੜਾ 2.5 ਲੱਖ ਰੁਪਈਆ ਤਨਖਾਹ ਲੈਂਦੇ ਆ ਅਤੇ ਪੰਜਾਬ ਦੇ ਬਜਟ 'ਤੇ ਪੰਜਾਬ ਦੀ ਜਨਤਾ 'ਤੇ ਇੱਕ ਬੋਝ ਆਏ। ਮੇਰੀ ਤਾਂ ਸਰਕਾਰ ਨੂੰ ਬੇਨਤੀ ਜਿਹੜਾ ਖੇਤੀਬਾੜੀ ਅਫਸਰ ਦਾ ਕਾਡਰ ਆ ਇਹਨੂੰ ਤੋੜ ਹੀ ਦੇਣਾ ਚਾਹੀਦਾ ਵਾ। ਇਹ ਚਿੱਟਾ ਹਾਥੀ ਆ, ਮਾਰਕੀਟਿੰਗ, ਟ੍ਰੇਨਿੰਗ ਸੈਕਸ਼ਨ, ਗੰਨਾ ਸੈਕਸ਼ਨ। ਕੀ ਜਿਹੜਾ ਖੇਤੀਬਾੜੀ ਵਿਕਾਸ ਅਫਸਰ ਜਾਂ ਖੇਤੀਬਾੜੀ ਵਿਸਥਾਰ ਅਫਸਰ ਆਪਣੇ ਸਰਕਲ 'ਚ ਲੱਗਾ ਉਹ ਉੱਥੋਂ ਦੀ ਮੰਡੀ ਨੂੰ ਚੈੱਕ ਨਹੀਂ ਕਰ ਸਕਦਾ? ਕੀ ਉਹ ਉੱਥੇ ਆਪਣੇ ਕਿਸਾਨਾਂ ਨੂੰ ਟ੍ਰੇਨਿੰਗ ਨਹੀਂ ਦੇ ਸਕਦਾ? ਕੀ ਉਹ ਉੱਥੇ ਕੁਆਲਿਟੀ ਕੰਟਰੋਲ ਨਹੀਂ ਕਰ ਸਕਦਾ? ਇੱਕ ਹੀ ਯੂਨੀਵਰਸਿਟੀ ਵਿੱਚ ਪੜ੍ਹਿਆ ਵਿਅਕਤੀ ਜੇ ਉਹ ਸਰਕਲ ਵਿੱਚ ਲੱਗਦਾ ਤੇ ਉਹ ਖੇਤੀਬਾੜੀ ਵਿਕਾਸ ਅਫਸਰ ਆ, ਉੱਥੇ ਉਹ ਕੰਮ ਨਹੀਂ ਕਰਨਾ ਚਾਹੁੰਦਾ। ਉਹੀ BSc ਦੀ ਪੜ੍ਹਾਈ ਕੀਤੀ, ਉਹ ਆਪਣੀ ਪੋਸਟਿੰਗ ਜਿਹੜੀ ਆ ਉਹ ਆਰਾਮਦਾਇਕ ਕਰਾਉਣ ਲਈ ਮਾਰਕੀਟਿੰਗ ਸੈਕਸ਼ਨ ਕਰਾ ਲੈਂਦਾ, ਮੰਡੀ ਸੈਕਸ਼ਨ ਕਰਾ ਲੈਂਦਾ, ਗੰਨਾ ਸੈਕਸ਼ਨ ਕਰਾ ਲੈਂਦਾ, ਜਿੱਥੇ ਉਹਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ। ਫਿਰ ਜੇ ਉਹਦੀ ਭ੍ਰਿਸ਼ਟ ਨੀਅਤ ਆ ਤੇ ਉਹ ਏਡੀਓ ਜ਼ਿਲ੍ਹਾ ਕੰਮ ਤੇ ਏਡੀਓ ਪੀਪੀ ਲੱਗ ਜਾਂਦਾ, ਉਹ ਆਪਣੀ ਲੈਬਾਰਟਰੀਆਂ 'ਚ ਆਪਣੀ ਨਿਯੁਕਤੀ ਕਰਾ ਲੈਂਦਾ। ਤੇ ਇਹ ਨੈਕਸਸ ਨੂੰ ਸਰਕਾਰ ਨੂੰ ਤੋੜਨਾ ਚਾਹੀਦਾ। ਲੰਮੇ ਸਮੇਂ ਤੋਂ ਲੈਬਾਰਟਰੀਆਂ 'ਚ ਬੈਠੇ ਏਡੀਓ ਜ਼ਿਲ੍ਹਾ ਕੰਮ ਤੇ ਏਡੀਓ ਪੀਪੀ ਦੀਆਂ ਪੋਸਟਾਂ 'ਤੇ ਬੈਠੇ ਵੱਡੇ ਅਹੁਦਿਆਂ ਦੇ ਬੈਠਿਆਂ ਨੂੰ ਤੋੜ ਕੇ ਫੀਲਡ 'ਚ ਭੇਜਣਾ ਚਾਹੀਦਾ। ਪੰਜਾਬ ਦੀ ਕਿਸਾਨੀ ਦਾ ਭਲਾ ਹੋ ਸਕਦਾ। ਮੈਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜੇ ਵਾਕਿਆ ਹੀ ਉਹ ਪੰਜਾਬ ਦਾ ਭਲਾ ਚਾਹੁੰਦੇ ਆ, ਅਸਲੀਅਤ ਦੇ ਵਿੱਚ ਪੰਜਾਬ ਦੀ ਕਿਸਾਨੀ ਨੂੰ ਉੱਠਣਾ ਚਾਹੁੰਦੇ ਆ ਤੇ ਖਾਦ, ਬੀਜ, ਦਵਾਈਆਂ, ਕੀੜੇਮਾਰ ਦਵਾਈਆਂ ਦੇ ਘੁਟਾਲਿਆਂ ਨੂੰ ਰੋਕਣਾ ਵਾ ਤੇ ਇਸ ਕੇਡਰ ਨੂੰ ਨੱਥ ਪਾਈ ਜਾਵੇ। ਕਿਉਂਕਿ ਇਸ ਕੇਡਰ ਦੇ ਕਾਰਨ ਹੀ ਪਿਛਲੇ ਲੰਮੇ ਸਮੇਂ ਤੋਂ ਕਦੇ ਚਿੱਟੀ ਮੱਖੀ, ਕਦੇ ਮਿੱਲੀ ਬੱਗ, ਕਦੇ ਲਾਲ ਸੁੰਡੀ ਨਰਮੇ ਦੀ ਫਸਲ ਨੂੰ, ਝੋਨੇ ਦੀਆਂ ਫਸਲਾਂ ਨੂੰ ਤਬਾਹ ਕਰਦੀ ਆ। ਅਸਲ ਚਿੱਟੀਆਂ ਸੁੰਡੀਆਂ, ਲਾਲ ਸੁੰਡੀਆਂ, ਮਿੱਲੀ ਬੱਗ ਇਹ ਏਡੀਓ ਜਮਾਤ ਹੀ ਆ
ਜਿਹੜੀ ਪੰਜਾਬ ਦੀ ਕਿਸਾਨੀ ਨੂੰ ਘੁਣ ਵਾਂਗ ਲੱਗੀ ਆ ਤੇ ਖਾ ਰਹੀ ਆ। ਅਸੀਂ ਇਹ ਸਾਰੀਆਂ ਪਾਲਿਸੀਆਂ ਪਹਿਲਾਂ ਸਰਕਾਰ ਦੇ ਹੁਣ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਨੈਕਸਸ ਨੂੰ ਰੋਕਿਆ ਜਾਵੇ, ਇਸ ਜਿਹੜੀ ਡਰਾਮੇਬਾਜ਼ੀ ਪੰਜਾਬ 'ਚ ਲੋਟਾਂ ਨੂੰ ਰੋਕਿਆ ਜਾਵੇ। ਜੇ ਸਰਕਾਰ ਨੇ ਇਹ ਕਦਮ ਨਾ ਉਠਾਇਆ ਤੇ ਅਸੀਂ ਉਹ ਜਮਾਤ ਅਸੀਂ ਸੱਜ 'ਚ ਪਾ ਕੇ ਛੱਟਾਂਗੇ, ਛਾਨਣੀ 'ਚ ਛਾਨਾਂਗੇ, ਪੰਜਾਬ ਦੇ ਕਿਸਾਨ ਨੂੰ ਜਾਗਰੂਕ ਕਰਾਂਗੇ ਕਿ ਸਰਕਾਰ ਤੁਹਾਡੀ ਲੁੱਟ ਜਾਣ ਕੇ ਕਰਾਉਣਾ ਚਾਹੁੰਦੀ ਆ ਇਹਨਾਂ ਦੇ ਕੋਲੋਂ। ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹਦੇ ਸੰਬੰਧ ਵਿੱਚ ਮੈਂ ਖੇਤੀਬਾੜੀ ਵਿਸਥਾਰ ਅਫਸਰ ਐਸੋਸੀਏਸ਼ਨ ਪੰਜਾਬ ਦਾ ਬਤੌਰ ਸੂਬਾ ਪ੍ਰਧਾਨ ਹੋਣ ਦੇ ਨਾਤੇ ਕਿ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਜੋ ਫੋਕਲ ਪੁਆਇੰਟ ਪੰਜਾਬ ਦੇ ਖਾਲੀ ਚੱਲੇ ਆ ਰਹੇ ਸੀ, ਉਹਨਾਂ ਦੇ ਵਿੱਚ 480 ਫੋਕਲ ਪੁਆਇੰਟ ਜਿਹੜੇ ਪੰਜਾਬ ਦੇ ਉਹ ਜਨਰਲਾਈਜ਼ ਕੀਤੇ ਨੇ, ਜਿਨ੍ਹਾਂ ਤੇ ਜਿਹੜੀ ਖੇਤਰੀ ਸੇਵਾਵਾਂ ਜਿਹੜੀਆਂ ਕਿਸਾਨਾਂ ਨੂੰ ਜਿਹੜੀਆਂ ਬਿਹਤਰ ਨਹੀਂ ਦਿੱਤੀਆਂ ਜਾ ਰਹੀਆਂ, ਉਹ ਹੁਣ 480 ਫੋਕਲ ਪੁਆਇੰਟ ਜਨਰਲਾਈਜ਼ ਹੋਣ ਨਾਲ ਜਿਹੜੇ ਪੰਜਾਬ ਦੀ ਕਿਸਾਨੀ ਦੀ ਸੇਵਾ ਬਿਹਤਰ ਸੇਵਾਵਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਅਸੀਂ ਇੱਥੇ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਸਰਕਾਰ ਦਾ ਬੜਾ ਦੂਰ ਅਦੇਸ਼ੀ ਦਾ ਫੈਸਲਾ ਸੀ, ਜਿਹਦੇ ਕੁਝ ਕਿਸਾਨ ਵਿਰੋਧੀ ਸ਼ਕਤੀਆਂ ਜਿਹੜੀਆਂ ਨੇ ਉਹ ਇਹਦਾ ਵਿਰੋਧ ਕਰ ਰਹੀਆਂ ਨੇ, ਔਰ ਜਿਨ੍ਹਾਂ ਨੂੰ ਅਸੀਂ ਅਖੌਤੀ ਟੈਕਨੋਕ੍ਰੇਟ ਕਹਿੰਦੇ ਹਾਂ, ਉਹਨਾਂ ਨੇ ਕੱਲ੍ਹ ਜਿਹੜਾ ਧਰਨਾ ਉੱਥੇ ਰੱਖਿਆ ਵਾ ਉਹਨਾਂ ਦੀ ਅਸੀਂ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ, ਕਿਉਂਕਿ ਇਹ ਕੁਝ ਲੋਕ ਜਿਹੜੇ ਆ ਇਹ ਇੱਕ ਉੱਥੇ ਡਿਪਟੀ ਡਾਇਰੈਕਟਰ ਹੈ, ਇੱਕ ਏਈਓ ਐਸੋਸੀਏਸ਼ਨ ਦਾ ਪ੍ਰਧਾਨ ਆ ਕਿਰਪਾਲ ਸਿੰਘ, ਜੋ ਕਿ ਕਰਪਸ਼ਨ ਦੇ ਕੇਸਾਂ ਵਿੱਚ ਬੜੇ ਬੁਰੀ ਤਰ੍ਹਾਂ ਫਸੇ ਹੋਏ ਨੇ। ਇਹ ਲੋਕ ਜਿਹੜਾ ਕਿਸਾਨੀ ਦੀ ਸੇਵਾ ਕੀ ਕਰਨੀ ਆ, ਇਹ ਆਪਣੀ ਜੇਬਾਂ ਦੇ ਵੱਲ ਧਿਆਨ ਹੈ ਇਹਨਾਂ ਦਾ, ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਅਧਿਕਾਰੀਆਂ 'ਤੇ ਜਿਹੜਾ ਸਕੰਜਾ ਕੱਸਿਆ ਜਾਣਾ ਚਾਹੀਦਾ, ਔਰ ਜਿਹੜਾ ਇਹ ਕਿਸਾਨੀ ਦੀ ਸੇਵਾ ਕਰਨ ਦੀ ਬਜਾਏ ਇਹ ਡੀਲਰਾਂ ਤੋਂ ਸੇਵਾ ਕਰਾਉਂਦੇ ਆ ਤੇ ਸੈਂਪਲ ਆਪਣੀ ਮਰਜ਼ੀ ਨਾਲ ਭਰਦੇ ਆ, ਔਰ ਸੈਂਪਲ ਜਿਹੜੇ ਆ ਜੇਕਰ ਕਿਤੇ ਖੁਦਾ ਨਾ ਖਾਸਤਾ ਫੇਲ ਹੋ ਜਾਏ ਉਹਨੂੰ ਰਜਿਸਟ੍ਰੇਸ਼ਨ ਦੇ ਨਾਂ 'ਤੇ ਮੁੜ ਕੇ ਮੋਟੀਆਂ ਰਕਮਾਂ ਲੈ ਕੇ ਤੇ ਉਹ ਜਿਹੜਾ ਸੈਂਪਲ ਪਾਸ ਕਰਾਉਂਦੇ ਆ। ਇਹਨਾਂ ਦਾ ਇੱਕੋ ਤੇ ਇੱਕ ਮੋਟਿਵ ਜਿਹੜਾ ਵਾ ਉਹ ਆਪਣਾ ਪੈਸੇ ਕਮਾਉਣਾ, ਨਾ ਕਿ ਕਿਸਾਨੀ ਦੀ ਸੇਵਾ ਕਰਨਾ। ਸਾਡੇ 233 ਖੇਤੀਬਾੜੀ ਵਿਸਤਾਰ ਅਫਸਰ ਔਰ ਫੀਲਡ ਦੇ ਵਿੱਚ ਜਿਹੜੇ ਬੇਸਿਕ ਕੰਮ ਨੇ ਖੇਤੀਬਾੜੀ ਸਬ ਇੰਸਪੈਕਟਰ ਉਹ ਕਿਸਾਨੀ ਦੀ ਸੇਵਾ ਕਰ ਰਹੇ ਨੇ। ਅਸੀਂ ਆਪਣੇ ਖੇਤੀਬਾੜੀ ਵਿਸਤਾਰ ਅਫਸਰਾਂ ਨੂੰ, ਖੇਤੀਬਾੜੀ ਸਬ ਇੰਸਪੈਕਟਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਜਾ ਕੇ ਜਿਹੜੀ ਕਿਸਾਨੀ ਦਾ ਦਰਦ ਆ ਉਹਨੂੰ ਸਮਝਣ, ਔਰ ਜਿਹੜਾ ਕਿਸਾਨੀ ਦੀ ਸੇਵਾ ਕਰਨ, ਤਾਂ ਕਿ ਜਿਹੜੀ ਮੁਸ਼ਕਲ ਇਸ ਵੇਲੇ ਕਿਸਾਨੀ ਆ ਰਹੀ ਆ ਉਹਦੇ 'ਚ ਬਿਹਤਰ ਸੇਵਾਵਾਂ ਦਿੱਤੀਆਂ ਜਾ ਸਕਣ। ਇਹਦੇ ਵਿੱਚ ਕੋਈ ਵੀ ਜਿਹੜਾ ਇਹੋ ਜਿਹਾ ਕੋਈ ਫੈਸਲਾ ਨਹੀਂ, ਸਰਕਾਰ ਨੇ ਗਲਤ ਨਹੀਂ ਲਿਆ, ਕਿਉਂਕਿ ਇਹੋ ਜਿਹੇ ਕੋਈ ਫੋਕਲ ਪੁਆਇੰਟ ਜਿੱਦਾਂ ਗੁਰਦਾਸਪੁਰ ਦਾ ਇੱਕ ਫੋਕਲ ਪੁਆਇੰਟ ਆ ਸਿੱਧਵਾਂ, ਉਹ 20 ਸਾਲ ਤੋਂ ਖਾਲੀ ਪਿਆ ਚਲਿਆ ਆ ਰਿਹਾ। ਕੀ ਗੱਲ ਉੱਥੇ ਕਿਸਾਨ ਨਹੀਂ ਵਸਦੇ? ਜੇ ਉਹਨਾਂ ਨੂੰ ਬਿਹਤਰ ਸੇਵਾਵਾਂ ਮਿਲ ਜਾਣਗੀਆਂ ਤਾਂ ਕਿ ਇਸ ਐਗਟੈਕ ਨੂੰ ਉਹਦਾ ਕੀ ਜਿਹੜਾ ਨੁਕਸਾਨ ਹੈ। ਬਾਕੀ ਜਿਹੜੀ ਹੈ ਕੁਛ ਇਹ ਕਹਿੰਦੇ ਜੀ ਹੇਠਲਾ ਕਾਡਰ, ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾਡੇ 200 ਜਿਹੜੇ 14 ਇਸ ਵੇਲੇ ਖੇਤੀਬਾੜੀ ਵਿਸਤਾਰ ਅਫਸਰ ਕੰਮ ਕਰਦੇ ਆ, ਉਹਨਾਂ ਦੇ ਵਿੱਚ 75 ਦੇ ਕਰੀਬ ਜਿਹੜੇ MSc ਔਰ BSc ਐਗਰੀਕਲਚਰ ਨੇ, ਔਰ ਜਿਹੜੇ ਬਾਕੀ ਵੀ ਆ ਉਹ +2 ਸਾਇੰਸ ਤੋਂ ਬਾਅਦ 2 ਸਾਲ ਦਾ ਡਿਪਲੋਮਾ ਕੀਤਾ, ਔਰ ਜਿਹੜੇ ਇਹ ਅਖੌਤੀ ਟੈਕਨੋਕ੍ਰੇਟ ਆ ਇਹ +2 ਤੋਂ ਬਾਅਦ 4 ਸਾਲ ਦਾ ਡਿਗਰੀ ਕਰਦੇ। ਫਰਕ ਕਿੰਨਾ ਹੋਇਆ? ਸਿਰਫ 2 ਸਾਲ ਦਾ। ਤੇ ਕੀ ਗੱਲ ਜਿਹੜਾ 10 ਸਾਲ ਦਾ ਜਾਂ 14 ਸਾਲ ਦਾ ਤਜਰਬਾ ਕਿਸੇ ਦਾ ਉਹ 2 ਸਾਲ ਦੇ ਬਰਾਬਰ ਨਹੀਂ ਹੋ ਸਕਦਾ? ਮੈਂ ਇਹ ਦਾਅਵੇ ਨਾਲ ਕਹਿੰਦਾ ਵੀ ਇਹਨਾਂ ਦੇ ਟੈਕਨੋਕ੍ਰੇਟ ਅਖੌਤੀ ਜਿਹੜੇ 5 ਇਹਨਾਂ ਦੇ ਬਹਾਲ ਲਓ, 5 ਸਾਡੇ ਬਹਾਲ ਲਓ। ਦੂਰ ਕਾਹਨੂੰ ਜਾਂਦੇ ਹੋ? ਮੈਂ ਇਸ ਚੈਲੰਜ ਕਰਦਾ ਕਿ ਇਹਨਾਂ ਦਾ ਸਟੇਟ ਪ੍ਰਧਾਨ ਔਰ ਮੈਂ ਆਪਣੇ ਵੱਲੋਂ ਦਾਸ ਬੇਨਤੀ ਕਰਦਾ ਕਿ ਸਾਡੇ ਦੋਵਾਂ ਦਾ ਕੰਮ ਜਿਹੜਾ ਤੀਜੀ ਸਰਕਾਰ ਕਮੇਟੀ ਬਿਠਾ ਕੇ ਉਹ ਚੈੱਕ ਕਰ ਲੇ। ਜੇਕਰ ਸਾਡਾ ਕੰਮ ਨਿਕੰਮਾ ਸਾਬਤ ਹੋਇਆ ਤਾਂ ਅਸੀਂ ਘਰ ਬਹਿ ਜਾਵਾਂਗੇ, ਔਰ ਜੇਕਰ ਇਹਨਾਂ ਦਾ ਕੰਮ ਨਿਕੰਮਾ ਸਾਬਤ ਹੋਇਆ ਤੇ ਇਹਨਾਂ ਨੂੰ ਹਾਰ ਮੰਨਣੀ ਪਏਗੀ। ਜਿਹੜੇ ਖੇਤੀਬਾੜੀ ਵਿਕਾਸ ਅਫਸਰ ਆ ਉਹ ਸੈਂਪਲ ਸਿਰਫ ਉਹਨਾਂ ਦਾ ਸਾਡੇ ਨਾਲ ਫਰਕ ਇਹੋ ਹੀ ਆ ਵੀ ਉਹ ਸੈਂਪਲ ਲੈ ਸਕਦੇ ਆ। ਅਸੀਂ ਜਿਹੜੀਆਂ ਐਕਸਟੈਂਸ਼ਨ ਸੇਵਾਵਾਂ ਵਾਸਤੇ ਜਿਹੜੇ ਫੋਕਲ ਪੁਆਇੰਟਾਂ 'ਤੇ ਤੈਨਾਤ ਆ, ਅਸੀਂ ਸਿਰਫ ਕਿਸਾਨੀ ਦੀ ਸੇਵਾ ਐਕਸਟੈਂਸ਼ਨ ਸੇਵਾਵਾਂ ਦੇ ਸਕਦੇ ਆ। ਇਹ ਜਿਹੜੇ ADO ਨੇ ਇਹ ਸੈਂਪਲ ਭਰ ਸਕਦੇ ਆ, ਔਰ ਸੈਂਪਲ ਭਰਨ ਵਿੱਚ ਵੀ ਮੈਂ ਤੁਹਾਨੂੰ ਅੱਗੇ ਬੇਨਤੀ ਕੀਤੀ ਹੈ ਕਿ ਜੋ ਇਹ ਕੰਮ ਕਰਦੇ ਆ ਉਹ ਜਗਜ਼ਾਰ ਆ, ਤਾਂ ਕਿ ਹੁਣ ਪਿੱਛੇ ਜੇ ਤੁਸੀਂ ਸੁਣਿਆ ਕਿ ਸਤਨਾਮ ਸਿੰਘ ਬਹਿਰੂ ਜਿਹੜਾ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ, ਉਹਨਾਂ ਨੇ ਇੱਕ ਸਕੈਂਡਲ ਜਿਹੜਾ ਸਤੀਸ਼ ਕੁਮਾਰ ਵੱਲੋਂ ਕੱਢਿਆ ਸੀ, ਉਹਦੀ ਉਹਨਾਂ ਨੇ ਗ੍ਰਿਫਤਾਰੀ ਦੀ ਮੰਗ ਕੀਤੀ ਆ। ਉਹਦੇ 'ਤੇ ਵਿਜੀਲੈਂਸ ਦਾ ਕੇਸ ਚੱਲਦਾ ਪਿਆ, ਔਰ ਉਸ ਅਧਿਕਾਰੀ ਨੂੰ ਜਿਹੜਾ ਇਸ ਵੇਲੇ ਧਾਰ ਕਲਾਂ ਜਿਹੜਾ ਉਹਨੂੰ ਡਿਪਿਊਟ ਕੀਤਾ ਗਿਆ। ਤੇ ਇਹ ਜਿਹੜੇ ਪੈਸੇ ਦਾ ਅਸਰ ਸੂਕ ਵਰਤ ਕੇ ਜਿਹੜੇ ਅਧਿਕਾਰੀ ਨੇ ਉਹ ਕਿਸਾਨੀ ਦਾ ਨੁਕਸਾਨ ਕਰ ਰਹੇ। 10 ਟੈਲੀਨਿਊਜ਼ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ। We are a multicultural network community. We groom competent global citizens to effect positive change around them.